ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਆਪ ਸੁਕਉ ਜੋ ਜਾਣੈ ਨੀਚਾ। ਸੋ ਗਨੀਐ ਸਭ ਤੇ ਊਚਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ। ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ। ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੂਖ ਦੂਖ ਜਨ ਸਮ ਦ੍ਰਿਸ਼ਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਸੂਖ ਦੂਖ ਜਨ ਸਮ ਦ੍ਰਿਸ਼ਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਪਿਆਰ ਸਤਿਕਾਰ ਦੇ ਨਾਲ ਕਲਗੀਧਰ ਦਸ਼ਮੇਸ਼ ਪਾਤਸ਼ਾਹ ਮਹਾਰਾਜ ਵੱਲੋਂ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਆਪਣਾ ਚਿੱਤ ਜੋੜੀਏ ਜੀ। ਆਓ ਪਿਆਰ ਸਤਿਕਾਰ ਨਾਲ ਸਾਰੇ ਜੁੜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਵਾਲਿਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਿਆਰੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਪਵਿੱਤਰ ਰਚਨਾ, ਜਿਹੜੀ ਸਿੱਖ ਦੇ ਜੀਵਨ ਦੇ ਨਾਲ ਬਹੁਤ ਗੂੜਾ ਸੰਬੰਧ ਰੱਖਦੀ ਹੈ ਤੇ ਕਈ ਸਦੀਆਂ ਤੋਂ ਸਿੱਖ ਸੁਖਮਨੀ ਸਾਹਿਬ ਦੀ ਪਿਆਰੀ ਰਚਨਾ ਨੂੰ ਬਹੁਤ ਹੀ ਨਿੱਘਾ ਸਥਾਨ ਦਿੰਦਾ ਆ ਰਿਹਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ ਹੈ ਨਾ, ਉਹਨੂੰ ਉਹਨਾਂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਵੀ ਅੰਕਿਤ ਕੀਤਾ ਹੈ। ਕਿਉਂਕਿ ਅਸਲ ਦੇ ਵਿੱਚ ਜਿਹੜੀ ਗੁਰਬਾਣੀ ਹੈ, ਗੁਰਬਾਣੀ ਹੀ ਸਤਿਗੁਰੂ ਦਾ ਕਰੈਕਟਰ ਹੁੰਦੀ ਹੈ ਤੇ ਗੁਰਬਾਣੀ ਦੇ ਜ਼ਰੀਏ ਹੀ ਅਸੀਂ ਆਪਣੇ ਸਤਿਗੁਰੂ ਦੇ ਉਪਦੇਸ਼ਾਂ ਨੂੰ ਅਤੇ ਉਹਨਾਂ ਦੇ ਜੀਵਨ ਨੂੰ ਸਮਝ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਜਿਹੜੀਆਂ ਉਹ ਘਾਲਣਾ ਘਾਲੀਆਂ। ਉਹਨਾਂ ਨੇ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਖੱਟਿਆ ਕਮਾਇਆ ਅਤੇ ਸਾਡੇ ਤੱਕ ਪਹੁੰਚਾਇਆ। ਸੁਖਮਨੀ ਸਾਹਿਬ ਦੀ ਇਹ ਪਿਆਰੀ ਰਚਨਾ ਦੀ ਵਿਚਾਰ ਕਰਦਿਆਂ ਅਸੀਂ ਤੀਸਰੀ ਅਸ਼ਟਪਦੀ ਦੀ ਅੱਜ 6ਵੀਂ ਪੌੜੀ ਤੱਕ ਪਹੁੰਚੇ ਹਾਂ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇ ਨਾਲ ਨਿਵਾਜਿਆ ਹੈ। ਇੱਕ ਦੋ ਗੱਲਾਂ ਹਮੇਸ਼ਾ ਯਾਦ ਰੱਖਿਓ ਗੁਰਮੁਖੋ, ਵੱਡਾ ਉਹ ਨਹੀਂ ਹੁੰਦਾ ਜਿਹਦੇ ਕੋਲ ਧਨ ਹੈ, ਦੌਲਤ ਹੈ, ਪੈਸਾ ਹੈ, ਜਾਂ ਵੱਡਾ ਉਹ ਨਹੀਂ ਹੁੰਦਾ ਜਿਹਦੀ ਉਮਰ ਵੱਡੀ ਹੈ। ਗੁਰਬਾਣੀ ਦੀ ਨੁਕਤਾ ਨਿਗਾਹ ਤੋਂ ਵੇਖਿਆ ਜਾਏ ਤਾਂ ਵੱਡਾ ਉਹ ਹੁੰਦਾ ਹੈ ਜਿਸ ਦੇ ਪਾਸ ਨਿਮਰਤਾ ਹੈ, ਜਿਸ ਦੇ ਪਾਸ ਹਲੀਮੀ ਹੈ, ਜਿਸ ਦੇ ਪਾਸ ਪ੍ਰੇਮ ਹੈ। ਔਰ ਇਹ ਚੀਜ਼ਾਂ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਜ਼ਰੀਏ ਸਾਡੇ ਤੱਕ ਪਹੁੰਚਾਈਆਂ ਨੇ। ਦੁਨੀਆ ਦਾ ਹਰ ਬੰਦਾ ਨਿਮਰਤਾ ਤਾਂ ਕਰਦਾ ਹੈ, ਨਿਮਣਾ ਹਰ ਇਨਸਾਨ ਚਾਹੁੰਦਾ ਹੈ, ਪਰ ਆਪਣੇ ਫਾਇਦੇ ਲਈ। ਜਿੱਥੇ ਸਾਡਾ ਕੋਈ ਫਾਇਦਾ ਹੋਵੇ ਆਪਾਂ ਨਿਭਦੇ ਹਾਂ, ਜਿੱਥੇ ਸਾਡਾ ਕੋਈ ਨੁਕਸਾਨ ਹੋਵੇ ਨਾ, ਆਪਾਂ ਚਾਹੁੰਦੇ ਹਾਂ ਨਿਭ ਕੇ ਉਹਦਾ ਨਿਪਟਾਰਾ ਕਰ ਲਿਆ ਜਾਏ। ਦੁਨੀਆ ਸਿਖਾਉਂਦੀ ਵੀ ਆਹੀ ਕੁਝ ਹੈ ਕਿ ਚੁੱਪ ਵਟੋ, ਦੜ ਵਟੋ ਤੇ ਆਪਣਾ ਗੁਜ਼ਾਰਾ ਕਰੋ। ਭਾਵ ਕਿ ਕਦੇ ਵੀ ਤੁਸੀਂ ਜਿੱਥੇ ਗਲਤ ਹੋ ਰਿਹਾ ਹੈ ਨਾ, ਉਹਨੂੰ ਗਲਤ ਨਾ ਬੋਲੋ, ਕਿਉਂਕਿ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੇ ਨੁਕਸਾਨ ਸਹਿਣਾ ਵੀ ਪੈਂਦਾ ਹੈ। ਜਿਹੜੇ ਸੱਚੇ ਇਨਸਾਨ ਹੁੰਦੇ ਨੇ, ਜਦੋਂ ਉਹ ਝੂਠ ਨੂੰ ਝੂਠ ਦੱਸਦੇ ਨੇ ਤੇ ਉਹਨਾਂ ਦਾ ਨੁਕਸਾਨ ਹੁੰਦਾ ਵੀ ਹੈ, ਕਿਉਂਕਿ ਦੁਨੀਆ ਦੀ ਰੀਤ ਹੀ ਐਸੀ ਹੈ, ਜਦੋਂ ਤੁਸੀਂ ਖੁੱਲ੍ਹ ਕੇ ਬੋਲਦੇ ਹੋ ਤਾਂ ਸੰਸਾਰ ਤੁਹਾਨੂੰ ਝੱਲਦਾ ਹੀ ਕਿੱਥੇ ਹੈ। ਦੁਨੀਆ ਦਾ ਸੁਭਾਅ ਪਤਾ ਕੀ ਹੈ? ਉਹ ਕਹਿੰਦੀ ਹੈ ਫੁੱਲ ਨੂੰ ਫੁੱਲ ਨਾ ਕਹੋ ਤੇ ਕੰਡੇ ਨੂੰ ਫੁੱਲ ਕਹਿਣਾ ਸ਼ੁਰੂ ਕਰ ਦਿਓ। ਪਰ ਸਾਨੂੰ ਗੁਰਬਾਣੀ ਐਸਾ ਨਹੀਂ ਸਿਖਾਉਂਦੀ ਹੈ। ਗੁਰਬਾਣੀ ਕਹਿੰਦੀ ਜਿੱਥੇ ਫੁੱਲ ਹੈ ਉਹਨੂੰ ਫੁੱਲ ਕਹਿਣਾ, ਜਿੱਥੇ ਕੰਡਾ ਹੈ ਉਹਨੂੰ ਕੰਡਾ ਕਹਿਣਾ। ਜਿੱਥੇ ਕੋਈ ਇਨਸਾਨ ਚੰਗਾ ਕਰ ਰਿਹਾ ਉਹਨੂੰ ਚੰਗਾ ਕਹੋ, ਜਿੱਥੇ ਕੋਈ ਇਨਸਾਨ ਬੁਰਾ ਕਰਦਾ ਹੈ ਉਹਨੂੰ ਉਸੇ ਟਾਈਮ ਹੀ ਟੋਕੋ, ਉਸੇ ਟਾਈਮ ਹੀ ਬੁਰਾ ਕਹਿ ਦਿਓ। ਅਸੀਂ ਕਿਸ ਸਤਿਗੁਰੂ ਦੇ ਪੁਜਾਰੀ ਹਾਂ? ਗੁਰੂ ਨਾਨਕ ਸਾਹਿਬ ਦੇ। ਉਹ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬਾਬਰ ਵਰਗੇ ਉਸ ਟਾਈਮ ਦੇ ਬਾਦਸ਼ਾਹ ਤੱਕ ਨੂੰ ਕਹਿ ਦਿੱਤਾ ਸੀ ਕਿ ਤੂੰ ਗਲਤ ਕਰ ਰਿਹਾ ਹੈ। ਅਸੀਂ ਕਿਹਦੀ ਪੂਜਾ ਕਰਦੇ ਹਾਂ? ਗੁਰੂ ਨਾਨਕ ਸਾਹਿਬ ਦੀ। ਜਿਸ ਗੁਰੂ ਨਾਨਕ ਸਾਹਿਬ ਨੇ ਕਦੇ ਵੀ ਸਮੇਂ ਦੀਆਂ ਹਕੂਮਤਾਂ ਦੇ ਸਾਹਮਣੇ ਝੁਕਣਾ ਪਸੰਦ ਨਾ ਕੀਤਾ ਤੇ ਸੱਚ ਬੋਲਦੇ ਰਹੇ, ਸੱਚ ਦਾ ਹੋਕਾ ਦਿੰਦੇ ਰਹੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੁਖਮਨੀ ਸਾਹਿਬ ਦੀ ਇਸ ਰਚਨਾ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਤੇ ਕਹਿੰਦੇ ਸਗਲ ਪੁਰਖ ਮਹਿ ਪੁਰਖ ਪ੍ਰਧਾਨ। ਸਭ ਤੋਂ ਵੱਡਾ ਇਨਸਾਨ ਉਹੀ ਹੁੰਦਾ ਹੈ, ਸਗਲ ਪੁਰਖ। ਸਾਰਿਆਂ ਵਿੱਚੋਂ ਮਹਾਨ ਕੌਣ ਹੁੰਦਾ ਹੈ?
ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਸ ਬੰਦੇ ਦਾ ਹੰਕਾਰ ਗੁਰੂ ਦੀ ਸੰਗਤ ਦੇ ਦੁਆਰਾ ਖਤਮ ਹੋ ਗਿਆ। ਬਸ ਮੇਨ ਪੁਆਇੰਟ ਦੀ ਗੱਲ ਇਹ ਹੈ, ਹੰਕਾਰ ਹੀ ਸਾਰੇ ਪਾਪਾਂ ਦੀ ਜੜ ਹੈ। ਹੰਕਾਰ ਹੀ ਸਾਨੂੰ ਆਪਣੇ ਗੁਰੂ ਤੋਂ ਦੂਰ ਕਰਦਾ ਹੈ, ਸਮਾਜ ਤੋਂ ਦੂਰ ਕਰਦਾ ਹੈ, ਪਰਮੇਸ਼ਰ ਪਰਮਾਤਮਾ ਤੋਂ ਦੂਰ ਕਰਦਾ ਹੈ। ਜਿਸ ਦਿਨ ਸਾਡੀ ਈਗੋ ਖਤਮ ਹੋ ਗਈ, ਸਾਡਾ ਹੰਕਾਰ ਖਤਮ ਹੋ ਗਿਆ, ਉਸ ਦਿਨ ਅਸੀਂ ਆਪਣੇ ਮਾਲਕ ਦੇ ਪਾਵਨ ਚਰਨਾਂ 'ਚ ਪ੍ਰਵਾਨ ਚੜ੍ਹ ਜਾਵਾਂਗੇ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖ ਲੈਂਦੇ ਹਾਂ। ਸਤਿਗੁਰੂ ਜੀ ਨੇ ਇੱਥੋਂ ਤੱਕ ਕਿਹਾ ਹੈ ਕਿ ਜਿਹੜੇ ਦੇਵੀ ਦੇਵਤੇ ਵੀ ਹੋਏ ਨੇ ਨਾ, ਉਹਨਾਂ ਵਿੱਚ ਵੀ ਈਗੋ ਪਾਈ ਗਈ ਹੈ। ਕੱਲੇ ਆਮ ਇਨਸਾਨ ਦੀ ਗੱਲ ਨਹੀਂ, ਜਿਨ੍ਹਾਂ ਨੂੰ ਲੋਕ ਭਗਵਾਨ ਕਹਿੰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਬ੍ਰਹਮਾ ਜੀ, ਵਿਸ਼ਨੂੰ ਜੀ ਅਤੇ ਸ਼ਿਵ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤ੍ਰੈ ਗੁਣ ਰੋਗੀ, 3 ਗੁਣ ਰਜੋ ਤਮੋ ਅਤੇ ਸਤੋ, ਇਹ ਉਹਨਾਂ ਦੇ ਰੋਗੀ ਰਹੇ ਨੇ। ਜਿਨ੍ਹਾਂ ਨੂੰ ਤੁਸੀਂ ਭਗਵਾਨ ਕਹਿੰਦੇ ਹੋ, ਗੁਰਬਾਣੀ ਕਹਿੰਦੀ ਹੈ ਵਿੱਚ ਹਉਮੈ ਕਾਰ ਕਮਾਈ, ਉਹ ਵੀ ਹਉਮੈ ਦੇ ਵਿੱਚ ਜ਼ਿੰਦਗੀ ਗੁਜ਼ਾਰ ਕੇ ਗਏ। ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਜਿਸ ਨੇ ਪੈਦਾ ਕੀਤਾ ਉਹਨਾਂ ਨੂੰ ਨਹੀਂ ਵਿਸਾਰਿਆ। ਹਉਮੈ ਕੀ ਹੈ? ਜਿਨੇ ਸਾਨੂੰ ਬਣਾਇਆ, ਜਿਨੇ ਸਾਨੂੰ ਪੈਦਾ ਕੀਤਾ, ਅਸੀਂ ਉਹ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਈਗੋ ਹੀ ਹੈ, ਹਉਮੈ ਹੈ, ਹੰਕਾਰ ਹੈ। ਹੰਕਾਰ ਇਨਸਾਨ ਦੀ ਜ਼ਿੰਦਗੀ ਵਿੱਚ ਤਬਾਹੀ ਲੈ ਕੇ ਆਉਂਦਾ ਹੈ। ਈਗੋ ਇਨਸਾਨ ਦੀ ਜ਼ਿੰਦਗੀ ਨੂੰ ਨਰਕਾਂ ਦੇ ਨਾਲ ਭਰ ਦਿੰਦੀ ਹੈ, ਗੰਦਗੀ ਨਾਲ ਭਰ ਦਿੰਦੀ ਹੈ। ਪਰ ਜਦੋਂ ਉਹ ਇਨਸਾਨ ਨਿਮਰਤਾ ਦੇ ਵਿੱਚ ਆ ਕੇ ਆਪਣਾ ਸੀਸ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਝੁਕਾਉਂਦਾ ਹੈ ਤੇ ਭੋਲਿਓ ਸਭ ਕੁਝ ਹੀ ਸਤਿਗੁਰੂ ਜੀ ਉਹਨੂੰ ਨਿਸ਼ਾਵਰ ਕਰ ਦਿੰਦੇ ਨੇ। ਗੁਰ ਇਤਿਹਾਸ ਨੂੰ ਪੜ੍ਹ ਕੇ ਵੇਖ ਲਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਚੰਦ ਦਾ ਤਿਆਗ ਕਰਦੇ ਹੈ। ਪਿੱਛੇ ਕਾਰਨ ਕੀ ਹੈ? ਕਿਉਂਕਿ ਸ਼੍ਰੀ ਚੰਦ ਖੁਦ ਨੂੰ ਸਿਆਣਾ ਸਮਝਣਾ ਸ਼ੁਰੂ ਕਰ ਦਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਨੂੰ ਫੋਲੋ ਨਹੀਂ ਕਰਦੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬਿਰਾਜਮਾਨ ਹੁੰਦੇ ਨੇ। ਗੁਰੂ ਅੰਗਦ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਜਾਂਦੇ ਨੇ, ਲੇਕਿਨ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ ਨਹੀਂ ਦਿੰਦੇ, ਕਿਉਂਕਿ ਪੁੱਤਰਾਂ ਨੂੰ ਹੰਕਾਰ ਹੋ ਗਿਆ ਸੀ, ਈਗੋ ਹੋ ਗਈ ਕਿ ਸਾਡੇ ਪਿਤਾ ਦਾ ਹੀ ਸਭ ਕੁਝ ਹੈ ਤੇ ਸਿੱਖ ਸੰਗਤਾਂ ਸਾਡੇ ਸਾਹਮਣੇ ਨੱਕ ਰਗੜਨਗੀਆਂ, ਕਿਉਂਕਿ ਗੁਰੂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਹੀ ਉਹਨਾਂ ਦੀ ਵਿਰਾਸਤ ਹੈ ਔਰ ਸਿੱਖੀ ਜਿਹੜੀ ਹੈ ਉਹ ਸਾਡੀ ਵਿਰਾਸਤ ਹੈ। ਗੁਰੂ ਪੁੱਤਰਾਂ ਨੂੰ ਹੀ ਮਾਣ ਮਿਲੇਗਾ। ਲੇਕਿਨ ਗੁਰੂ ਅੰਗਦ ਸਾਹਿਬ ਜੀ ਆਪਣੇ ਸੇਵਕ ਨੂੰ, ਗੁਰੂ ਅਮਰਦਾਸ ਸਾਹਿਬ ਨੂੰ ਯੋਗ ਜਾਣ ਕੇ ਸਿੱਖੀ ਦੀ ਜ਼ਿੰਮੇਵਾਰੀ ਸਾਂਭ ਕੇ ਜਾਂਦੇ ਨੇ। ਤੀਸਰੀ ਜਗ੍ਹਾ ਤੇ ਸਤਿਗੁਰੂ ਬਣਾ ਕੇ ਜਾਂਦੇ। ਗੁਰੂ ਅਮਰਦਾਸ ਸਾਹਿਬ ਤਖਤ ਤੇ ਬਿਰਾਜਮਾਨ ਹੁੰਦੇ ਆ ਤੇ ਬਾਬਾ ਦਾਤੂ ਜੀ ਆਉਂਦੇ ਨੇ, ਗੁਰੂ ਅਮਰਦਾਸ ਸਾਹਿਬ ਨੂੰ ਨਮਸਕਾਰ ਨਹੀਂ ਕਰਦੇ ਐ ਤੇ ਵੇਖਦਿਆਂ ਲੱਤ ਮਾਰ ਦਿੰਦੇ ਨੇ। ਗੁਰੂ ਅਮਰਦਾਸ ਸਾਹਿਬ ਡਿੱਗ ਪੈਂਦੇ ਐ, ਸਿੱਖ ਸੰਗਤਾਂ ਉੱਠ ਕੇ ਖੜੀਆਂ ਹੁੰਦੀਆਂ ਨੇ, ਸਤਿਗੁਰੂ ਉਹਨਾਂ ਨੂੰ ਰੋਕਦੇ ਐ, ਇਹਨੂੰ ਕੁਝ ਨਹੀਂ ਕਹਿਣਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪਤਾ ਕੀ ਕਰਦੇ ਨੇ? ਉਹਦੀ ਲੱਤ ਫੜ ਕੇ ਕਹਿੰਦੇ ਨੇ, ਪੁੱਤਰਾ ਮੇਰਾ ਜਿਹੜਾ ਸਰੀਰ ਹੈ ਨਾ ਇਹ ਬਜ਼ੁਰਗ ਹੋ ਗਿਆ ਤੇ ਮੇਰੀਆਂ ਜਿਹੜੀਆਂ ਹੱਡੀਆਂ ਨੇ ਬਹੁਤ ਮਜ਼ਬੂਤ ਹੈ, ਤੂੰ ਅਜੇ ਬੱਚਾ ਹੈ, ਤੇਰੀਆਂ ਹੱਡੀਆਂ ਬਹੁਤ ਕੂਲੀਆਂ ਨੇ, ਤੇਰਾ ਮਾਸ ਬਹੁਤ ਕੂਲਾ ਹੈ, ਕਿਤੇ ਤੇਰੀਆਂ ਹੱਡੀਆਂ ਨੂੰ ਮੇਰੀਆਂ ਹੱਡੀਆਂ ਦੇ ਕਰਕੇ ਸੱਟ ਨਾ ਲੱਗੀ ਹੋਵੇ, ਉਹਦਾ ਆਪਣਾ ਪੈਰ ਲਿਆ ਮੈਂ ਘੁੱਟ ਦੇਵਾਂ। ਉਹਨੂੰ ਉੱਥੇ ਹੀ ਪਾਣੀਓਂ ਪਾਣੀ ਕਰ ਦਿੰਦੇ ਨੇ, ਸ਼ਰਮਸ਼ਾਰ ਕਰ ਦਿੰਦੇ ਨੇ। ਉੱਥੇ ਖੜੀਆਂ ਹੋਈਆਂ ਸੰਗਤਾਂ ਬਾਬਾ ਦਾਤੂ ਨੂੰ ਇੰਨੀਆਂ ਕੁ ਲਾਹਣਤਾਂ ਪਾਉਂਦੀਆਂ ਨੇ ਤੇ ਲੋਕ ਕਹਿੰਦੇ ਨੇ, ਦਾਤੂ ਤੇਰੀ ਇਹ ਲੱਤ ਹੀ ਟੁੱਟ ਜਾਏ, ਜਿਸ ਲੱਤ ਦੇ ਨਾਲ ਤੀਸਰੀ ਪਾਤਸ਼ਾਹੀ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਨ, ਨਿਧਰਿਆਂ ਦੀ ਧਿਰ, ਨਿਉਟਿਆਂ ਦੀ ਓਟ, ਧੰਨ ਗੁਰੂ ਅਮਰਦਾਸ ਸਾਹਿਬ ਨੂੰ ਲੱਤ ਮਾਰੀ ਆ, ਤੇਰੀ ਇਹ ਲੱਤ ਹੀ ਟੁੱਟ ਜਾਏ। ਇਹ ਸ਼ਬਦ ਵਰਤਦੇ ਨੇ ਤੇ ਸਮਾਂ ਪਾ ਕੇ ਇਤਿਹਾਸਕਾਰ ਕਹਿੰਦੇ ਨੇ ਕਿ ਉਹਦੀ ਲੱਤ ਜਿਹੜੀ ਉਹ ਖਰਾਬ ਹੋ ਜਾਂਦੀ ਹੈ। ਉਹਦੇ ਪਿੱਛੇ ਕੀ ਕਾਰਨ ਬਣਿਆ ਇਹ ਇਤਿਹਾਸ ਜਾਣਦਾ ਹੈ। ਹੰਕਾਰ ਕੁਝ ਨਹੀਂ ਦਿੰਦਾ ਹੈ, ਈਰਖਾ ਦਿੰਦਾ ਹੈ, ਨਫ਼ਰਤ ਦਿੰਦਾ ਹੈ। ਹੰਕਾਰ ਸਮਾਜ ਵਿੱਚੋਂ ਪਿਆਰ ਨਹੀਂ ਲੈਣ ਦਿੰਦਾ। ਭਾਵੇਂ ਤੁਸੀਂ ਜਿੰਨੇ ਮਰਜ਼ੀ ਧਨ ਦੌਲਤ ਦੇ ਮਾਲਕ ਹੋ ਜਾਓ, ਜੇ ਤੁਹਾਡੇ 'ਚ ਨਿਰਮਾਣਤਾ ਨਹੀਂ ਹੈ, ਨਿਵਾਣਤਾ ਨਹੀਂ ਹੈ, ਹਲੀਮੀ ਨਹੀਂ ਹੈ ਤੇ ਸਮਾਜ ਦੇ ਲੋਕ ਤੁਹਾਨੂੰ ਦੂਰੋਂ ਵੇਖ ਕੇ ਤਾਂ ਸਲਾਮਾਂ ਕਰਨਗੇ, ਲੇਕਿਨ ਤੁਹਾਡੇ ਜਾਣ ਤੋਂ ਬਾਅਦ ਲੋਕ ਤੁਹਾਨੂੰ ਮਾੜਾ ਹੀ ਕਹਿਣਗੇ ਬੰਦੇ ਦੇ ਅੰਦਰ ਕੱਖ ਨਹੀਂ, ਹੰਕਾਰ ਦਾ ਮਾੜਿਆ ਹੋਇਆ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ, ਅਹੰਗ ਤੋੜੋ ਮੁਖ ਜੋੜੋ। ਸਤਿਗੁਰੂ ਕਹਿੰਦੇ ਜਿਸ ਦਿਨ ਤੁਸੀਂ ਹਉਮੈ ਨਾਲੋਂ ਕਨੈਕਸ਼ਨ ਤੋੜ ਲਓਗੇ, ਉਸ ਦਿਨ ਮੇਰੇ ਨਾਲ ਜੁੜੋਗੇ। ਹਉਮੈ, ਹੰਕਾਰ, ਅਹੰਗ ਭਾਵ ਕਿ ਅਸੀਂ ਆਪਣੇ ਆਪ ਨੂੰ ਮਹਾਨ ਜਾਣਦੇ ਹਾਂ, ਰੱਬ ਨੂੰ ਨਹੀਂ ਕੁਝ ਸਮਝਦੇ। ਜੇ ਅਸੀਂ ਅਮੀਰ ਹਾਂ ਤੇ ਗਰੀਬਾਂ ਨੂੰ ਕੁਝ ਨਹੀਂ ਸਮਝਦੇ। ਜੇ ਸਾਡੇ ਕੋਲ ਗਿਆਨ ਹੈ ਤੇ ਅਸੀਂ ਸਮਝਦੇ ਹਾਂ ਸਾਨੂੰ ਸਭ ਕੁਝ ਮਿਲ ਗਿਆ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਸ਼ਮੀਰ ਦੀ ਧਰਤੀ ਤੇ ਜਾਂਦੇ ਆ। ਸਮੇਂ ਦਾ ਐਸਾ ਗੇੜ ਬਣਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਕ ਐਸੇ ਬੰਦੇ ਦਾ ਮਿਲਾਪ ਹੁੰਦਾ ਹੈ ਜਿਹੜਾ ਬਹੁਤ ਵੱਡਾ ਪੰਡਤ ਹੈ। ਹੁਣ ਉਹਦੇ ਕੋਲ ਇੰਨੀ ਕੁ ਵਿਦਿਆ ਹੈ, ਵਿਦਿਆ ਦੇ ਹੰਕਾਰ ਵਿੱਚ ਇੰਨਾ ਕੁ ਮਸਤ ਹੋ ਗਿਆ ਕਿ ਦੁਨੀਆ ਦੇ ਲੋਕਾਂ ਨੂੰ ਚੈਲੰਜ ਕਰਦਾ ਹੈ ਕਿ ਜੇਕਰ ਕੋਈ ਵਿਦਵਾਨ ਹੈ ਤੁਹਾਡੇ ਕੋਲ ਤੇ ਮੇਰੇ ਨਾਲ ਵਿਚਾਰ ਕਰੇ। ਉਹਦੇ ਕੱਪੜੇ ਉਤਾਰ ਦਿੰਦਾ ਹੁੰਦਾ ਸੀ ਉਹ। ਵਾਕਈ ਵਿਦਿਆ ਬਹੁਤ ਸੀ ਉਹਦੇ ਕੋਲ, ਲੇਕਿਨ ਗਿਆਨ ਹੰਕਾਰ ਲੈ ਕੇ ਆ ਗਿਆ। ਉਹਦਾ ਗਿਆਨ ਕੇਵਲ ਤਕਰਾਰ ਬਣ ਗਿਆ, ਉਹਦਾ ਗਿਆਨ ਕੇਵਲ ਤੇ ਕੇਵਲ ਲੜਾਈ ਝਗੜੇ ਬਣ ਗਿਆ, ਬਹਿਸਾਂ ਬਣ ਗਿਆ। ਉਹ ਆਪਣੇ ਗਿਆਨ ਦੇ ਨਾਲ ਨਾ ਖੁਦ ਨੂੰ ਫਾਇਦਾ ਦੇ ਪਾਇਆ, ਨਾ ਚੰਗਾ ਇਨਸਾਨ ਬਣ ਪਾਇਆ, ਨਾ ਉਸਨੇ ਚੰਗੀ ਸਿੱਖਿਆ ਦੇ ਕੇ ਕਿਸੇ ਨੂੰ ਚੰਗਾ ਇਨਸਾਨ ਬਣਾਇਆ। ਸਮਾਂ ਹੀ ਇਦਾਂ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਇਲਾਕੇ ਵਿੱਚ ਪਹੁੰਚੇ ਨੇ। ਸਤਿਗੁਰੂ ਨੂੰ ਪਤਾ ਲੱਗਾ ਵੀ ਇੱਥੇ ਇੱਕ ਬ੍ਰਹਮਦਾਸ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਕਿ ਉਹ ਇੱਕ ਬੜਾ ਵੱਡਾ ਪੰਡਤ ਹੈ ਤੇ ਜਿਹਦੇ ਨਾਲ ਵਿਚਾਰ ਚਰਚਾ ਕਰਦਾ। ਉਹਦੀ ਸ਼ਰਤ ਹੁੰਦੀ ਹੈ ਉਹਨੂੰ ਨੰਗੀਆਂ ਕਰ ਦਿੰਦਾ, ਬਾਅਦ 'ਚ ਉਹ ਕੱਪੜੇ ਤੱਕ ਵੀ ਲਵਾ ਲੈਂਦਾ ਹੈ। ਉਹਦੀਆਂ ਸਾਰੀਆਂ ਕਿਤਾਬਾਂ, ਸਾਰੇ ਗ੍ਰੰਥ ਆਪਣੇ ਕੋਲ ਰੱਖ ਲੈਂਦਾ ਹੈ, ਕਿਉਂਕਿ ਜਿਹਨੂੰ ਹਰਾਉਂਦਾ ਹੈ ਉਹਨੂੰ ਬੇਇੱਜ਼ਤ ਕਰਦਾ ਹੈ। ਅੱਜ ਤੱਕ ਉਹਦੇ ਨਾਲ ਕੋਈ ਜਿੱਤ ਨਹੀਂ ਪਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਤੇ ਸਤਿਗੁਰੂ ਨੇ ਸੱਦਾ ਦਿੱਤਾ ਉਹਨੂੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਹੋ ਗਿਆ। ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਕੁਝ ਉਹਨੂੰ ਸਵਾਲ ਕੀਤੇ ਨੇ, ਉਹ ਸਵਾਲਾਂ ਦਾ ਸਹੀ ਜਵਾਬ ਨਾ ਦੇ ਪਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਗੱਲ ਕਹੀ ਸੀ ਕਿ ਪੰਡਤ ਜੀ ਜਿੰਨਾ ਮਰਜ਼ੀ ਪੜ੍ਹ ਲਓ, ਕਿਤਾਬਾਂ ਦੇ ਢੇਰ ਆਪਣੇ ਘਰ 'ਚ ਲਵਾ ਲਓ, ਪਰ ਜੇ ਤੁਹਾਡੀ ਸੁਰਤੀ, ਤੁਹਾਡੀ ਬਿਰਤੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜੀ ਤੇ ਇਹ ਪੜ੍ਹਾਈ ਤੁਹਾਨੂੰ ਮੂਰਖਤਾ ਤੋਂ ਇਲਾਵਾ ਹੋਰ ਕਿਤੇ ਨਹੀਂ ਪੜਾਏਗੀ, ਮੂਰਖਤਾ ਹੀ ਦੇਵੇਗੀ। ਜਿੰਨਾ ਮਰਜ਼ੀ ਪੜ੍ਹ ਲਓ, ਕਿਉਂਕਿ ਇਸ ਪੜ੍ਹਾਈ ਦੇ ਨਾਲ ਤੁਸੀਂ ਆਪਣਾ ਤਾਂ ਜੀਵਨ ਸੁਧਾਰਨਾ ਸੀ, ਨਾਲ ਦੀ ਨਾਲ ਕਰੋੜਾਂ ਹੋਰ ਲੋਕਾਂ ਨੂੰ ਵੀ ਸਿੱਧੇ ਰਾਹ ਪਾਉਣਾ ਸੀ, ਪਰ ਤੁਸੀਂ ਤਾਂ ਖੁਦ ਨਹੀਂ ਸੁਧਰੇ, ਬਹਿਸਾਂ ਤੱਕ ਸੀਮਤ ਹੋ ਗਏ ਹੋ। ਇਹ ਪੜ੍ਹਾਈ ਦਾ ਫਾਇਦਾ ਕੀ ਹੈ? ਵਿਦਿਆ ਸਾਨੂੰ ਸਿੱਖਿਆ ਦਿੰਦੀ ਹੈ ਸੱਚ ਦੀ, ਉਹ ਤੋਂ ਬਾਅਦ ਦੂਜਿਆਂ ਨੂੰ ਸਮਝਾਉਣਾ ਹੁੰਦਾ ਸੀ। ਵਿਦਿਆ ਦਾ ਮਤਲਬ ਕੀ ਹੈ ਕਿ ਖੁਦ ਪੜ੍ਹੋ, ਦੂਜਿਆਂ ਨੂੰ ਪੜ੍ਹਾਓ, ਖੁਦ ਸਿੱਖੋ, ਦੂਜਿਆਂ ਨੂੰ ਸਿਖਾਓ। ਪਰ ਵਿਦਿਆ ਪੜ੍ਹ ਕੇ ਡਾਕਟਰ ਬਣ ਗਿਆ, ਲੋਕਾਂ ਦੀਆਂ ਕਿਡਨੀਆਂ ਹੀ ਕੱਢ ਕੇ ਵੇਚੀ ਗਿਆ। ਕਾਹਦੀ ਵਿਦਿਆ? ਵਿਦਿਆ ਪੜ੍ਹ ਕੇ ਇੰਜੀਨੀਅਰ ਬਣ ਗਿਆ, ਰਿਸ਼ਵਤ ਲੈ ਕੇ ਬਿਲਡਿੰਗਾਂ ਤਿਆਰ ਕਰਦਾ ਰਿਹਾ। ਕਾਹਦੀ ਵਿਦਿਆ? ਵਿਦਿਆ ਪੜ੍ਹ ਕੇ ਕੋਈ ਚੰਗਾ ਇਨਸਾਨ ਬਣਨਾ ਸੀ, ਲੇਕਿਨ ਹੈਵਾਨੀਅਤ ਨੂੰ ਜਨਮ ਦਿੱਤਾ ਤੁਹਾਡੀ ਵਿਦਿਆ ਨੇ। ਸਤਿਗੁਰੂ ਦੀ ਪਾਵਨ ਬਾਣੀ ਦਾ ਇੱਕ ਬਚਨ ਯਾਦ ਰੱਖਿਓ। ਸਤਿਗੁਰੂ ਕਹਿੰਦੇ ਨੇ, ਜੇਤਾ ਪੜ੍ਹਿਆ ਤੇਤਾ ਕੜਿਆ। ਉਹ ਜਿੰਨਾ ਪੜ੍ਹ ਗਿਆ ਓਨਾ ਹੀ ਕੱਢ ਗਿਆ, ਭਾਵ ਓਨਾ ਹੀ ਸੜ ਗਿਆ ਅੰਦਰੋਂ। ਵਿਦਿਆ ਨੇ ਨਿਰਮਾਨਤਾ ਨਹੀਂ ਦਿੱਤੀ। ਲੇਕਿਨ ਦੂਸਰੇ ਪਾਸੇ ਵੇਖੋ, ਮੈਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦਾ। ਉਹ ਜਿਹੜੀ ਸਾਖੀ ਹੈ ਉਹਦੇ ਵਿੱਚ ਇਤਿਹਾਸਕਾਰ ਕਹਿੰਦੇ ਕਿ ਉਹ ਪੰਡਤ ਬ੍ਰਹਮ ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੋਰਾ ਬਣਿਆ ਤੇ ਸਤਿਗੁਰੂ ਨੇ ਉਹਨੂੰ ਸਿੱਖ ਬਣਾਇਆ ਸੀ, ਕਿਉਂਕਿ ਉਹਨੂੰ ਸੱਚ ਦੀ ਸੋਝੀ ਦਿੱਤੀ। ਨਾਲ ਦੀ ਨਾਲ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਇਹ ਗੱਲ ਕਹਿ ਦੇਵਾਂ, ਇੱਕ ਮੁਸਲਮਾਨ ਫਕੀਰ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਸ ਮੁਸਲਮਾਨ ਫਕੀਰ ਨੇ, ਬਜ਼ੁਰਗ ਨੇ ਆਪਣੇ ਹੱਥਾਂ ਦੇ ਨਾਲ ਇੱਕ ਬਹੁਤ ਵੱਡੀ ਕੁਰਾਨ ਸ਼ਰੀਫ ਲਿਖੀ। ਉਹਦਾ ਵੱਡਾ ਆਕਾਰ ਸੀ, ਉਹਨੂੰ ਉਹਨੇ ਗੱਡੇ ਤੇ ਲੱਦ ਕੇ ਤੁਰ ਪਿਆ। ਕਿੱਥੇ ਭਲਾ? ਹੈਦਰਾਬਾਦ। ਉੱਥੋਂ ਦਾ ਇੱਕ ਨਵਾਬ ਸੀ, ਉਹਦੇ ਨਾਲ ਉਹਦੀ ਡੀਲ ਹੋਈ ਤੇ ਉਹਨੂੰ ਬਹੁਤ ਸਾਰੇ ਪੈਸੇ ਮਿਲਣੇ ਸੀ, ਤੁਰ ਪਿਆ। ਉਸੇ ਹੀ ਰਸਤੇ ਥਾਣੀ ਮਹਾਰਾਜਾ ਰਣਜੀਤ ਸਿੰਘ ਆ ਰਹੇ ਸੀ। ਰੁਕ ਕੇ ਮਹਾਰਾਜਾ ਰਣਜੀਤ ਸਿੰਘ ਖੁਦ ਉਸ ਬਜ਼ੁਰਗ ਦੇ ਕੋਲ ਪਹੁੰਚੇ ਨੇ। ਬਜ਼ੁਰਗੋ, ਆ ਗੱਡੇ ਤੇ ਏਡੀ ਵੱਡੀ ਕਿਤਾਬ ਲੈ ਕੇ ਕਿੱਧਰ ਜਾ ਰਹੇ ਹੋ? ਉਹ ਕਹਿੰਦਾ, ਹੈਦਰਾਬਾਦ ਲੈ ਜਾ ਰਹੇ। ਇਹ 'ਚ ਕੀ ਹੈ? ਉਹ ਕਹਿੰਦਾ, ਕੁਰਾਨ ਸ਼ਰੀਫ ਮੇਰੀ ਜ਼ਿੰਦਗੀ ਦੀ ਮਿਹਨਤ ਹੈ, ਆਪਣੇ ਹੱਥਾਂ ਦੇ ਨਾਲ ਲਿਖੀ ਹੈ। ਉਹ ਕਹਿੰਦੇ, ਲੈ ਕੇ ਕਿਉਂ ਜਾ ਰਹੇ ਹੋ? ਉਹ ਕਹਿੰਦਾ, ਇਹ ਪੰਜਾਬ ਹੈ, ਪੰਜਾਬ ਦੇ ਵਿੱਚ ਤਾਂ ਸਿੱਖਾਂ ਦਾ ਰਾਜ ਹੈ ਤੇ ਮੇਰੀ ਇਸ ਮਿਹਨਤ ਦਾ ਮੁੱਲ ਕੇਵਲ ਹੈਦਰਾਬਾਦ ਦਾ ਇੱਕ ਨਵਾਬ ਦੇ ਸਕਦਾ ਹੈ। ਉਹ ਕਹਿੰਦੇ, ਕਿੰਨਾ ਕੁ ਦੇਗਾ? ਉਹ ਕਹਿੰਦੇ, 10,000 ਰੁਪਇਆ ਦੇਗਾ, ਜੋ ਵੀ ਉਸ ਟਾਈਮ ਦੇ ਪੈਸੇ ਸਨ। 10,000 ਰੁਪਇਆ ਦੇਗਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਬਜ਼ੁਰਗੋ ਭੁੱਲ ਗਏ ਹੋ, ਇਹ ਸਿੱਖ ਰਾਜ ਹੈ ਤੇ ਸਿੱਖ ਰਾਜ ਦੇ ਵਿੱਚ ਹਰ ਧਰਮ ਦੀ ਤਾਰੀਫ ਕੀਤੀ ਜਾਂਦੀ ਹੈ, ਮਾਣ ਸਤਿਕਾਰ ਉਹਨੂੰ ਦਿੱਤਾ ਜਾਂਦਾ ਹੈ। ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਤੁਸੀਂ ਮੇਰੇ ਰਾਜ ਦੇ ਵਸਨੀਕ ਹੋ, ਨਾਗਰਿਕ ਹੋ, ਤੁਹਾਡੀ ਮਿਹਨਤ ਜਾਇਆ ਨਹੀਂ ਜਾਏਗੀ, ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ। ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਰਾਜ ਦਰਬਾਰ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ, ਉੱਥੇ ਇਹਨਾਂ ਦੀ ਕੁਰਾਨ ਸ਼ਰੀਫ ਨੂੰ ਜਗ੍ਹਾ ਦਿੱਤੀ ਜਾਏ ਤੇ ਇਹਨਾਂ ਨੂੰ 10,000 ਨਹੀਂ 20,000 ਰੁਪਇਆ ਦਿੱਤਾ ਜਾਏ। ਪੈਰਾਂ ਤੇ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਦੇ। ਉਹ ਕਹਿੰਦੇ, ਸਿੱਖ ਰਾਜਾ ਇੰਨੀ ਨਿਮਰਤਾ ਦਾ ਮਾਲਕ,
ਕਿ ਇੱਕ ਮੁਸਲਮਾਨ ਲਖਾਰੀ ਨੂੰ ਵੀ ਉਹਨੇ ਇੰਨਾ ਯੋਗ ਜਾਣਿਆ ਕਿ ਉਹਦੀ ਵੀ ਕਦਰ ਕੀਤੀ। ਜਦੋਂ ਸਤਿਗੁਰੂ ਕਿਰਪਾ ਕਰਦਾ ਨਿਰਾ ਰਾਜ ਭਾਗ ਨਹੀਂ, ਨਿਰਮਾਨਤਾ ਵੀ ਦਿੰਦਾ ਹੈ। ਨਾਲ ਦੀ ਨਾਲ ਮੈਂ ਹੋਰ ਵੀ ਗੱਲਾਂ ਸ਼ੇਅਰ ਕਰਾਂਗਾ। ਅਗਲੀ ਗੱਲ ਆਪਾਂ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਦੀ, ਆਪ ਸਕੋ ਜੋ ਜਾਣੇ ਨੀਚਾ। ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣੇ, ਭਾਵ ਕਿ ਨਿਰਮਾਨਤਾ 'ਚ ਰਹੇ, ਸਾਰੇ ਗੁਣ ਹੁੰਦਿਆਂ, ਤਾਕਤ ਹੁੰਦਿਆਂ ਨਿਰਮਾਨਤਾ 'ਚ ਰਹੇ, ਸੋ ਗਣੀਏ ਸਭ ਤੇ ਉੱਚਾ। ਵਾਹਿਗੁਰੂ ਉਹਨੂੰ ਸਭ ਤੋਂ ਉੱਚਾ ਕਰ ਦਿੰਦਾ ਹੈ। ਵਾਹਿਗੁਰੂ ਉਹਨੂੰ ਉੱਚੀ ਅਵਸਥਾ ਦਾ ਮਾਲਕ ਬਣਾ ਦਿੰਦਾ ਹੈ, ਜਿਹੜਾ ਨਿਰਮਾਨਤਾ ਵਿੱਚ ਆ ਕੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਘਰ ਦਾ ਕੂਕਰ ਹੀ ਜਾਣਦਾ ਹੈ। ਜਾਂ ਕਾ ਮਨ ਹੋਏ ਸਗਲ ਕੀ ਰੀਨਾ। ਜਿਸ ਬੰਦੇ ਦਾ ਮਨ ਹੰਕਾਰ ਨੂੰ ਛੱਡ ਕੇ ਇਹ ਕਹੇ ਕਿ ਹੇ ਵਾਹਿਗੁਰੂ, ਮੈਂ ਤੇਰੇ ਗੁਰਮੁਖਾਂ ਦੀ ਚਰਨ ਧੂੜ ਦੇ ਬਰਾਬਰ ਹਾਂ। ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਅਸਲ ਦੇ ਵਿੱਚ ਉਹਦੇ ਅੰਦਰ ਇੰਨੀ ਕੁ ਸਮਝ ਅਕਾਲ ਪੁਰਖ ਪਾ ਦਿੰਦਾ ਹੈ ਕਿ ਉਹਨੂੰ ਦੁਨੀਆ ਦੇ ਹਰ ਇੱਕ ਬੰਦੇ ਵਿੱਚ ਅਕਾਲ ਪੁਰਖ ਦਿਸਦਾ ਹੈ। ਅੱਲਾ ਦਿਸਦਾ ਹੈ, ਵਾਹਿਗੁਰੂ ਦਿਸਦਾ ਹੈ, ਰਾਮ ਦਿਸਦਾ ਹੈ, ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ ਹਰ ਇੱਕ ਜਗ੍ਹਾ ਤੇ। ਉਹ ਕਦੇ ਵੀ ਇਨਸਾਨੀਅਤ ਦਾ ਪੱਲਾ ਨਹੀਂ ਛੱਡਦਾ, ਸਭਨਾਂ ਨਾਲ ਪਿਆਰ ਕਰਦਾ ਹੈ। ਮਨ ਆਪਣੇ ਤੇ ਬੁਰਾ ਮਿਟਾਨਾ। ਫਿਰ ਉਹ ਜਿੱਥੇ ਆਪਣੇ ਮਨ ਵਿੱਚੋਂ ਬੁਰਾਈ ਨੂੰ ਮਿਟਾ ਦਿੰਦਾ ਹੈ। ਪੇਖੈ ਸਗਲ ਸ੍ਰਿਸ਼ਟ। ਕੀ ਦੇਖਦਾ ਹੈ ਸਾਰੀ ਸ੍ਰਿਸ਼ਟੀ ਵਿੱਚ? ਸਾਜਨਾ, ਆਪਣੇ ਮਿੱਤਰ। ਪੂਰੀ ਦੁਨੀਆ ਨੂੰ ਆਪਣਾ ਦੋਸਤ, ਆਪਣਾ ਮਿੱਤਰ ਜਾਣਦਾ ਹੈ। ਉਹ ਨਫ਼ਰਤ ਨਹੀਂ ਵੰਡਦਾ, ਪਿਆਰ ਵੰਡਦਾ ਹੈ ਤੇ ਪਿਆਰ ਲੈਂਦਾ ਹੈ। ਸੁਖ ਦੁੱਖ ਜਨ ਸਮਦ੍ਰਿਸ਼ਟੇਤਾ। ਦੁੱਖ ਅਤੇ ਸੁੱਖ ਉਹ ਬਰਾਬਰ ਸਮਝਦਾ ਹੈ ਕਿ ਇਹ ਵੀ ਰੱਬੀ ਦਾਤ ਹੈ। ਇਕਣਾ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਨਾਨਕ ਪਾਪ ਪੁੰਨ ਨਹੀਂ ਲੇਪਾ। ਇਸ ਲਈ ਉਹਨੂੰ ਪਾਪ ਅਤੇ ਪੁੰਨ ਦਾ ਲੇਪ ਨਹੀਂ ਚੜਦਾ। ਮਤਲਬ ਕਿ ਉਹ ਕਦੇ ਵੀ ਇਹੋ ਜਿਹੇ ਕਰਮ ਨਹੀਂ ਕਰਦਾ ਜਿਨ੍ਹਾਂ ਕਰਮਾਂ ਕਰਕੇ ਉਹ ਪਰਮਾਤਮਾ ਦੇ ਘਰ ਤੋਂ ਦੂਰ ਹੋਵੇ, ਤੇ ਕਦੇ ਵੀ ਸਵਰਗ ਆਦਿਕ ਦਾ ਲਾਲਚ ਰੱਖ ਕੇ ਉਹ ਪੁੰਨ ਨਹੀਂ ਕਰਦਾ। ਭਾਵ ਉਹਦੀ ਜਿਹੜੀ ਬਿਰਤੀ ਹੁੰਦੀ ਹੈ ਹਮੇਸ਼ਾ ਚੰਗੇ ਕੰਮਾਂ ਵਾਲੀ ਬਣ ਜਾਂਦੀ ਹੈ। ਉਹ ਮਾੜਿਆਂ ਕੰਮਾਂ ਤੋਂ ਪਰਹੇਜ਼ ਕਰਦਾ ਹੈ ਤੇ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਤੇ ਦੁਨੀਆ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਕਿਸੇ ਵੀ ਲਾਲਚ ਵਸ ਪੁੰਨ ਨਹੀਂ ਕਰਨਾ। ਜੇ ਪੁੰਨ ਕਰਨਾ ਹੈ ਤੇ ਲਾਲਚ ਤੋਂ ਬਗੈਰ ਹੋ ਕੇ ਕਰੋ। ਜਿਵੇਂ ਗੁਰੂ ਅਰਜਨ ਸਾਹਿਬ ਇੱਕ ਜਗ੍ਹਾ ਤੇ ਕਹਿੰਦੇ ਨੇ ਨਾ ਕਿ ਜੇ ਰੱਬ ਦੀ ਕੀਰਤੀ ਕਰਨੀ ਹੈ ਤੇ ਪਰਮਾਤਮਾ ਦੀ ਵਡਿਆਈ ਕਰਨੀ ਹੈ, ਲਾਲਚ ਤੋਂ ਬਗੈਰ ਹੋ ਕੇ ਕਰੋ। ਜੇ ਕੀਰਤਨ ਗਾਉਣਾ ਹੈ ਰੱਬ ਦਾ ਤੇ ਉਹਦੇ ਵਿੱਚ ਤ੍ਰਿਸ਼ਨਾ ਨਹੀਂ ਹੋਣੀ ਚਾਹੀਦੀ। ਤੇ ਜੇ ਮੰਗਾ ਹੀ ਮੰਗੀ ਜਾਂਦੇ ਆ ਤੇ ਪਰਮਾਤਮਾ ਦੇ ਘਰੋਂ ਸਾਨੂੰ ਫਿਰ ਕੁਝ ਨਹੀਂ ਮਿਲਣ ਲੱਗਾ। ਆਓ ਸਤਿਗੁਰੂ ਦੇ ਘਰ ਤੋਂ ਐਸੀਆਂ ਦਾਤਾਂ ਮੰਗੀਏ ਜਿਸ ਦਾਤਾਂ ਦੇ ਨਾਲ, ਜਿਨ੍ਹਾਂ ਦਾਤਾਂ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹ ਉੱਚਾ ਸੁੱਚਾ ਬਣ ਜਾਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।